ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰਚਾਰਕ ਸੁਚੇਤਨਾ ਸਥਾਨ ਦੇ ਸਾਰੇ ਹੀ ਗੁਰਮੁਖ ਜਨ, ਵਿਦਵਾਨ ਸੱਜਣ, ਜੋ ਸ਼੍ਰੀ ਆਸਾ ਜੀ ਦੀ ਵਾਰ ਦੀ ਸ਼ਲੋਕਾਂ ਦੇ ਸਹਿਤ ਪਹਿਲੀ ਪੌੜੀ, ਜੋ ਪਹਿਲੇ ਤਿੰਨਾਂ ਸ਼ਲੋਕਾਂ ਦੀ ਵਿਚਾਰ ਹੋ ਚੁੱਕੀ ਹੈ, ਤੇ ਆਓ ਦਾਸ ਮਨਜੀਤ ਸਿੰਘ ਗੁਰੂ ਕੀ ਬਡਾਲੀ ਵੱਲੋਂ ਸਾਰਿਆਂ ਨੂੰ ਮੇਰੀ ਗੁਰਫਤਿਹ ਪ੍ਰਵਾਨ ਹੋਵੇ ਤੇ ਪਹਿਲੀ ਪੌੜੀ ਦੀ ਵਿਚਾਰ ਨਾਲ ਜੁੜੀਏ। ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਜੋ ਆਸਾ ਰਾਗ ਦੇ ਅੰਦਰ ਰਾਗ ਦੇ ਸਰਲੇਖ ਹੇਠ ਟੁੰਡੇ ਅਸਰਾਜੇ ਦੀ ਧੁਨੀ ਦਾ ਸਰਲੇਖ ਹੈ ਤੇ ਵਾਰ ਦਾ ਸਰਲੇਖ ਆਸਾ ਰਾਗ ਹੈ। ਪਹਿਲੀ ਪੌੜੀ ਸਰਵਣ ਕਰੀਏ ਤੇ ਉਹਦੇ ਵਿਚਾਰ ਨਾਲ ਜੁੜਨਾ ਕਰੀਏ ਜੀ। ਵਾਹਿਗੁਰੂ ਜੀ, ਜੀਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ, ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਏ ਤੇਹਾ ਹੂੰ ਕਰੀ ਵਖਿਆਨ, ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀਐ ਕਰ ਆਸਣ ਡਿਠੋ ਚਾਓ, ਦਾਤਾ ਕਰਤਾ ਆਪ ਤੂੰ ਤੋ ਸਦੇਵਹਿ ਕਰਹਿ ਪਸਾਓ, ਤੂੰ ਜਾਣੋਈ ਸਭ ਸੈ ਦੇ ਲੈਸਹਿ ਜਿੰਦ ਕਵਾਓ, ਕਰ ਆਸਣ ਡਿਠੋ ਚਾਓ ਕਰ ਆਸਣ ਡਿਠੋ ਚਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰੇ, ਸਾਧ ਸੰਗਤ ਜਨ, ਗੁਰਮੁਖ ਪਿਆਰੇ, ਵਿਦਵਾਨ ਸੱਜਣ ਜਨ, ਸਤਿਗੁਰੂ ਨਾਨਕ ਪਾਤਸ਼ਾਹ ਜੀ ਦੀ ਇਹ ਪਾਵਨ ਬਾਣੀ, ਜਿਸ ਦਾ ਸਰਲੇਖ ਵਿਸਥਾਰ ਅਤੇ ਉਥਾਨਕਾ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਵੁਲਚ ਵਾਲੇ ਬਿਆਨ ਕਰ ਚੁੱਕੇ ਨੇ। ਸੋ ਮੇਰੀ ਸੇਵਾ ਲੱਗੀ ਹੈ ਕਿ ਮੈਂ ਅੱਜ ਪੌੜੀ ਦੀ ਵਿਚਾਰ ਕਰਾਂ। ਤੋ ਪੌੜੀ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੁਝ ਸਿਧਾਂਤ ਦਰਸਾਏ ਹਨ। ਪਹਿਲਾਂ ਉਹਨਾਂ ਸਿਧਾਂਤਾਂ ਦਾ ਜ਼ਿਕਰ ਕਰ ਲਈਏ। ਪਹਿਲਾ ਸਿਧਾਂਤ ਇਹ ਰੱਖਿਆ ਕਿ ਪਰਮਾਤਮਾ ਨੇ ਆਪਣੀ ਹਸਤੀ ਦੇ ਵਿੱਚੋਂ ਇਸ ਮਾਇਆ ਜਗਤ ਕੁਦਰਤ ਨੂੰ ਪੈਦਾ ਕੀਤਾ। ਆਪਣੀ ਹਸਤੀ ਦੇ ਵਿੱਚੋਂ ਜੀਵ ਪੈਦਾ ਕੀਤੇ ਨੇ। ਦਾਤਾਂ ਦੇਣ ਵਾਲਾ ਵੀ ਉਹ ਆਪ ਹੈ ਤੇ ਉਹ ਸਭ ਦੀ ਸਾਂਭ ਸੰਭਾਲ ਤੇ ਪਾਲਣਾ ਵੀ ਕਰਨ ਵਾਲਾ ਹੈ। ਮਰਨ ਵਾਲਾ ਮਾਰਨ ਵਾਲਾ ਵੀ ਉਹ ਆਪ ਹੈ ਤੇ ਜਿੰਦ ਦੇਣ ਵਾਲਾ ਵੀ ਉਹ ਆਪ ਹੈ। ਫਿਰ ਉਹ ਆਪਣੀ ਇਸ ਕੁਦਰਤ ਨੂੰ ਸਾਜ ਕੇ, ਸੰਸਾਰ ਨੂੰ ਸਾਜ ਕੇ, ਬਣਾ ਕੇ ਤੇ ਇਹ ਤੋਂ ਵੱਖ ਨਹੀਂ ਹੋ ਜਾਂਦਾ। ਇਹਦੇ ਵਿੱਚ ਹੀ ਬੈਠ ਕੇ ਉਹ ਸਾਰੇ ਇਸ ਪਸਾਰੇ ਨੂੰ ਆਪ ਦੇਖਦਾ ਹੈ, ਚਲਾਉਂਦਾ ਹੈ, ਸਾਂਭ ਸੰਭਾਲ ਕਰਦਾ।
ਇਸ ਵਾਸਤੇ ਜਦੋਂ ਅਸੀਂ ਅਨ ਧਰਮਾਂ ਦੀਆਂ ਪੁਸਤਕਾਂ ਪੜ੍ਹਦੇ ਹਾਂ, ਬਾਈਬਲ ਆਦਿਕ, ਉਹਦੇ ਵਿੱਚ ਬਹੁਤ ਤਰ੍ਹਾਂ ਦੇ ਸ਼ੰਕੇ ਪਾਏ ਗਏ ਨੇ। ਤੇ ਬਾਈਬਲ ਦਾ ਪਹਿਲਾ ਅਧਿਆਏ, ਜਿਹਦਾ ਨਾਮ ਹੈ ਉਤਪਤ ਦੇ ਸਿਰਲੇਖ ਹੇਠ ਪਹਿਲਾ ਅਧਿਆਏ ਬਾਈਬਲ ਦਾ, ਉਹਦੇ ਵਿੱਚ ਕੁਦਰਤ ਦੀ ਸਾਜਣਾ ਤੇ ਕੁਦਰਤ ਦੇ ਪਰਥਾਏ ਇੰਜ ਲਿਖਿਆ ਮਿਲਦਾ ਹੈ, ਕਿਵੇਂ ਜਿਵੇਂ ਲਿਖਣ ਵਾਲਾ ਕੋਲ ਬੈਠਾ ਹੈ ਤੇ ਵਾਹਿਗੁਰੂ ਸਿਰਜਣਾ ਕਰੀ ਜਾ ਰਿਹਾ। ਭਾਵ ਕਿ ਪਰਮਾਤਮਾ ਨੇ 5 ਦਿਨਾਂ ਵਿੱਚ ਸਾਰੀ ਸ੍ਰਿਸ਼ਟੀ ਦੀ ਆਕਾਸ਼, ਪਤਾਲ, ਧਰਤੀ, ਪਸ਼ੂ, ਪਹਾੜ, ਬਨਸਪਤੀ ਸਭ ਬਣਾਏ, ਤੇ ਸ਼ਨੀਵਾਰ ਅੱਧੇ ਦਿਨ ਤੱਕ ਉਸਨੇ ਸਾਰੀ ਰਚਨਾ ਮੁਕੰਮਲ ਕਰ ਲਈ। ਇਸ ਵਾਸਤੇ ਈਸਾਈ ਦੇਸ਼ਾਂ ਦੇ ਵਿੱਚ ਸ਼ਨੀਵਾਰ ਅੱਧੀ ਛੁੱਟੀ ਹੁੰਦੀ ਹੈ ਤੇ ਐਤਵਾਰ ਸਾਰੀ ਛੁੱਟੀ ਹੁੰਦੀ ਹੈ। ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੂੰ ਸਿੱਧਾਂ ਨੇ ਇਹੀ ਸਵਾਲ ਕੀਤਾ ਸੀ ਕਿ ਸੱਚੇ ਪਾਤਸ਼ਾਹ, ਇਸ ਸ੍ਰਿਸ਼ਟੀ ਦਾ ਰਚਨਾਤਮਕ ਕੌਣ ਹੈ? ਤੇ ਜਦੋਂ ਸ੍ਰਿਸ਼ਟੀ ਨਹੀਂ ਸੀ ਉਦੋਂ ਇੱਥੇ ਕੀ ਸੀ? ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਮਾਰੂ ਸੋਹਲੇ ਦੀ ਬਾਣੀ ਦੇ ਵਿੱਚ ਇਸ ਦਾ ਜ਼ਿਕਰ ਕੀਤਾ ਕਿ ਸਿੱਧੋ, ਅਰਬਦ ਨਰਬਦ ਧੁੰਦੂ ਘਾਰਾ, ਧਰਣ ਨ ਗਗਨਾ ਹੁਕਮ ਅਪਾਰਾ, ਨਾਦ ਨਰੈਣ ਨਾ ਚੰਦ ਨਾ ਸੂਰਜ, ਸੁਨ ਸਮਾਧ ਲਗਾਏਂਦਾ, ਖਾਣੀ ਨਾ ਬਾਣੀ ਪਾਉਣ ਨਾ ਪਾਣੀ, ਉਪਤ ਖਪਤ ਨਾ ਆਮਣ ਜਾਣੀ, ਖੰਡ ਪਤਾਲ ਸਪਤ ਨਹੀਂ ਸਾਗਰ, ਨਦੀ ਨਾ ਨੀਰ ਵਹਾਏਂਦਾ। ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਕਿ ਅਰਬਾਂ ਨਰਬਾਂ ਸਾਲ ਪਹਿਲਾਂ ਇੱਥੇ ਧੁੰਦ ਦੀ ਛਾਈ ਹੋਈ ਸੀ। ਕੁਛ ਨਾ ਕੋਈ ਸਿਰਜਣਾ, ਨਾ ਆਕਾਸ਼, ਨਾ ਪਤਾਲ, ਨਾ ਧਰਤੀ, ਨਾ ਚਾਰ ਖਾਣੀਆਂ ਦੇ ਵਿੱਚੋਂ ਕੋਈ ਜੀਵ। ਤਾਂ ਮਹਾਰਾਜ ਅੱਗੇ ਚੱਲ ਕੇ 14ਵੇਂ ਬੰਦ ਵਿੱਚ ਕਹਿੰਦੇ ਨੇ, ਸਾਹਿਬ ਕਹਿੰਦੇ ਨੇ ਕਿ ਬ੍ਰਹਮਾ ਵਿਸ਼ਨ ਮਹੇਸ਼ ਨਾ ਕੋਈ। ਮਹਾਰਾਜ ਕਹਿੰਦੇ ਨੇ ਕਿ ਇਹ ਭਾਈ, ਉਸ ਸਮੇਂ ਤੇ ਬ੍ਰਹਮਾ ਵਿਸ਼ਨੂੰ ਤੇ ਮਹੇਸ਼ ਦਾ ਵੀ ਨਾਮ ਕੋਈ ਨਹੀਂ ਸੀ। ਇਹ ਚੌਥੇ ਬੰਦ ਦਾ ਜ਼ਿਕਰ ਹੈ। ਬ੍ਰਹਮਾ ਵਿਸ਼ਨ ਮਹੇਸ਼ ਨਾ ਕੋਈ, ਅਵਰ ਨ ਦਿਸੈ ਏਕੋ ਸੋਈ, ਨਾਰ ਪੁਰਖ ਨਹੀਂ ਜਾਤ ਨਾ ਜਨਮਾ, ਨਾ ਕੋ ਦੁੱਖ ਸੁਖ ਪਾਏਂਦਾ। ਤਾਂ ਫਿਰ 14ਵੇਂ ਬੰਦ ਵਿੱਚ ਜਾ ਕੇ ਮਹਾਰਾਜ ਕਹਿੰਦੇ ਨੇ ਕਿ ਜਾਂ ਤਿਸ ਭਾਣਾ ਤਾਂ ਜਗਤ ਉਪਾਇਆ, ਬਾਜ ਕਲਾ ਆਡਾਨ ਰਹਾਇਆ, ਬ੍ਰਹਮਾ ਮਿਸ਼ਨ ਮਹੇਸ਼ ਉਪਾਏ, ਮਾਇਆ ਮੋਹ ਵਧਾਏਂਦਾ। ਤੋ ਪਰਮਾਤਮਾ ਨੇ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿੰਦੇ ਨੇ ਕਿ ਪਰਮਾਤਮਾ ਦੀ ਇਹ ਸਾਰੀ ਸਿਰਜਣਾ ਹੈ। ਪਰਮਾਤਮਾ ਹੀ ਇਸ ਦੇ ਸਿਰਜਣ ਵਾਲਾ ਹੈ। ਆਪੀ ਨੇ ਆਪ ਸਾਜਿਓ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ, ਤਿਸ ਭਾਵੈ ਤਾਂ ਕਰੇ ਵਿਸਥਾਰ, ਤਿਸ ਭਾਵੈ ਤਾਂ ਏਕ ਓੰਕਾਰ। ਤਾਂ ਸਾਹਿਬ ਦੇ ਬਚਨ ਨੇ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਮਲਾਰ ਦੀ ਵਾਰ ਵਿੱਚ ਬਖਸ਼ਿਸ਼ ਕਰਦੇ ਨੇ। ਸਾਹਿਬ ਕਹਿੰਦੇ, ਆਪੀ ਨੇ ਆਪ ਸਾਜ ਆਪ ਪਛਾਣਿਆ, ਅੰਬਰ ਧਰਤ ਵਿਛੋੜ ਚੰਦੋਆ ਤਾਣਿਆ, ਵਿਣ ਥੰਮਾ ਗਗਨ ਰਹਾਏ ਸ਼ਬਦ ਨਸਾਣਿਆ, ਸੂਰਜ ਚੰਦ ਉਪਾਏ ਜੋਤ ਸਮਾਣਿਆ, ਕੀਏ ਰਾਤ ਦਿਨੰਤ ਚੋਜ ਵਿਡਾਣਿਆ। ਤੇ ਸਾਹਿਬ ਮਹਾਰਾਜ ਪਾਤਸ਼ਾਹ ਕਹਿੰਦੇ, ਪਰਮਾਤਮਾ ਨੇ
ਆਪਣੇ ਆਪ ਦੀ ਆਪਣੀ ਹਸਤੀ ਦੇ ਵਿੱਚੋਂ ਹੀ ਇਹ ਸਾਰੀ ਜਗਤ ਰਚਨਾ ਦਾ ਆਗਾਜ਼ ਕੀਤਾ, ਆਰੰਭ ਕੀਤਾ। ਤੇ ਹੁਣ ਵਿਚਾਰ ਕਰੀਏ ਇਹ ਕਿ ਪਰਮਾਤਮਾ ਨੇ ਇਹ ਜਗਤ ਦੇ ਜੀਵਨ ਦੀ ਸ਼ੁਰੂਆਤ ਕਿਵੇਂ ਕੀਤੀ। ਤੇ ਗੁਰੂ ਨਾਨਕ ਪਾਤਸ਼ਾਹ ਦਾ ਹੀ ਬਚਨ ਹੈ, ਸ੍ਰੀ ਰਾਗ ਦੇ 15-19 ਅੰਕ ਦੇ ਉੱਤੇ ਅੰਕਿਤ ਹੈ 15ਵਾਂ ਸ਼ਬਦ। ਮਹਾਰਾਜ ਨੇ ਇਸ ਵਾਸਤੇ ਸ਼ਲੋਕ ਵਿੱਚ ਕਿਹਾ ਕਿ ਪਵਨ ਗੁਰੂ ਪਾਣੀ ਪਿਤਾ। ਪਰਮਾਤਮਾ ਤੋਂ ਬਾਅਦ ਜੇ ਕੋਈ ਸਭ ਤੋਂ ਪਹਿਲਾਂ ਪੈਦਾ ਹੋਇਆ ਤੇ ਉਹ ਪਵਨ ਹੈ, ਪਵਨ ਗੁਰੂ। ਮਹਾਰਾਜ ਨੇ ਜ਼ਿਕਰ ਕੀਤਾ ਸਾਚੇ ਤੇ ਪਵਨਾ ਭਇਆ, ਪਵਨ ਹੈ ਤੇ ਜਲ ਹੋਏ। ਤੇ ਕਹਿੰਦੇ ਜਲ ਤੋਂ ਜਲ ਤੇ ਤ੍ਰਿਭਵਨ ਸਾਜਿਆ, ਘਟ ਘਟ ਜੋਤ ਸਮੋਏ। ਜਲ ਕੀ ਏ? ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਮੂਰਤ ਸੂਰਤ ਕਰ ਉਪਾਰਾ। ਤੋ ਸਭ ਕਹਿੰਦੇ ਪਰਮਾਤਮਾ ਵਾਹਿਗੁਰੂ ਤੇ ਪਵਨ ਗੁਰੂ ਪੈਦਾ ਹੋਈ, ਤੇ ਪਵਨ ਤੋਂ ਜਲ ਪੈਦਾ ਹੋ ਗਿਆ। ਸਾਹਿਬ ਦਾ ਜ਼ਿਕਰ ਹੈ ਪ੍ਰਭਾਤੀ ਰਾਗ ਵਿੱਚ, ਜਲ ਤਰੰਗ ਅਗਨੀ ਪਵਨ ਫੁਨ ਤਰੈ ਮਿਲ ਜਗਤਿ ਉਪਾਇਆ, ਐਸਾ ਬਲ ਛਲ ਤਿਨ ਕੋ ਦੀਆ ਹੁਕਮੀ ਠਾਕ ਰਹਾਇਆ। ਤੋ ਪਰਮਾਤਮਾ ਨੇ ਪਵਨ, ਜਲ, ਅਗਨੀ ਇਹਨਾਂ ਤਿੰਨਾਂ ਗੁਣਾਂ ਤੋਂ, ਤਿੰਨਾਂ ਵਿਸ਼ਿਆਂ ਤੋਂ ਹੀ ਜਗਤ ਦਾ ਆਰੰਭ ਕੀਤਾ, ਆਗਾਜ਼ ਕੀਤਾ। ਦੂਸਰਾ ਵਿਸ਼ਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਹਨੂੰ ਇਹ ਰਚਨਾ, ਇਹ ਸਿਰਜਣਾ ਕਰਨ ਲੱਗਿਆਂ ਬਹੁਤਾ ਸਮਾਂ ਨਹੀਂ ਲੱਗਾ। ਇਸ ਵਾਸਤੇ ਸਭ ਕਹਿੰਦੇ ਹਰਨ ਭਰਨ ਜਾ ਕਾ ਨੇਤਰ ਫੋਰ, ਤਿਸ ਕਾ ਮੰਤਰ ਨਾ ਜਾਣੇ ਹੋਰ। ਤਾਂ ਸਭ ਕਹਿੰਦੇ ਵਾਹਿਗੁਰੂ ਪਰਮਾਤਮਾ ਨੇ ਇੱਕ ਪਲ ਦੇ ਵਿੱਚ, ਇੱਕ ਫੋਰ ਦੇ ਵਿੱਚ ਇਸ ਜਗਤ ਨੂੰ, ਇਸ ਰਚਨਾ ਨੂੰ ਬਣਾਇਆ, ਪੈਦਾ ਕੀਤਾ ਹੈ। ਤਾਂ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਮੁੱਢਲੇ ਸ਼ਲੋਕ ਦੀਆਂ ਪੌੜੀ ਦੀਆਂ ਮੁੱਢਲੀਆਂ ਪੰਕਤੀਆਂ ਵਿੱਚ ਕਹਿੰਦੇ ਨੇ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ। ਪਰਮਾਤਮਾ ਨੇ, ਵਾਹਿਗੁਰੂ ਨੇ ਆਪ ਹੀ ਆਪਣੇ ਆਪ ਨੂੰ ਜਗਤ ਵਿੱਚ ਸਿਰਜਣਾ ਕੀਤਾ, ਪ੍ਰਗਟ ਕੀਤਾ। ਤੇ ਆਪਣਾ ਨਾਮਣਾ ਵੀ ਪਰਮਾਤਮਾ ਨੇ ਆਪ ਹੀ ਬਣਾਇਆ। ਵਾਹਿਗੁਰੂ ਆਪਣੇ ਆਪ ਨੂੰ ਹੀ ਬਣਾਉਂਦਾ ਹੈ, ਤੇ ਵਾਹਿਗੁਰੂ ਆਪਣਾ ਨਾਮ ਰੂਪ ਹੀ ਧਾਰਦਾ ਹੈ। ਵਾਹਿਗੁਰੂ ਦੀ ਹੋਂਦ ਜਿਹਦੇ ਦੋ ਰੂਪ ਦੱਸੇ ਜਾਂਦੇ ਨੇ। ਗੁਰੂ ਅਰਜਨ ਦੇਵ ਕਹਿੰਦੇ ਨਿਰਗੁਣ ਆਪ, ਸਰਗੁਣ ਪੀਓ ਹੀ ਕਲਾ ਧਾਰ, ਜਿਨ ਸਗਲੀ ਮੋਹੀ। ਇੱਕ ਰੂਪ ਪਰਮਾਤਮਾ ਦਾ ਗੁਣਾਂ ਤੇ ਸਹਿਤ ਹੈ, ਜੋ ਕੁਦਰਤ ਦਾ ਰੂਪ ਹੈ। ਇੱਕ ਰੂਪ ਪਰਮਾਤਮਾ ਦਾ ਗੁਣਾਂ ਤੋਂ ਰਹਿਤ ਹੈ, ਜੋ ਅਦ੍ਰਿਸ਼ਟ ਰੂਪ ਹੈ। ਆਪਣੇ ਆਪ ਦੇ ਸੰਬੰਧ ਵਿੱਚ ਉਹ ਨਿਰਗੁਣ ਹੈ, ਸ੍ਰਿਸ਼ਟੀ ਦੇ ਸੰਬੰਧ ਵਿੱਚ ਉਹ ਸਰਗੁਣ ਹੈ। ਇਸ ਵਾਸਤੇ ਜਿਸ ਨੂੰ ਨਾਮ ਰੂਪ ਕਹਿੰਦੇ ਨੇ, ਇਹ ਦੋਵੇਂ ਹੀ ਰੂਪ ਆਪਣੇ ਆਪ ਤੋਂ ਦੇਖੇ ਜਾਂਦੇ ਨੇ, ਸੁਣੇ ਜਾਂਦੇ ਹਨ। ਤਾਂ ਸਭ ਕਹਿੰਦੇ ਨੇ ਦੋਈ ਕੁਦਰਤ ਸਾਜੀ ਹੈ, ਕਰ ਆਸਣ ਡਿਠੋ ਚਾਓ। ਫਿਰ ਉਸ ਵਾਹਿਗੁਰੂ ਪਰਮਾਤਮਾ ਨੇ ਦੋਈ, ਦੋਈ ਦਾ ਭਾਵ ਕਿ ਦੂਜਾ, ਇੱਕ ਦੀ ਹਸਤੀ ਤੋਂ ਬਾਅਦ
ਜੇ ਕੋਈ ਦੂਸਰੀ ਹਸਤੀ ਪੈਦਾ ਕੀਤੀ ਤੇ ਉਹ ਹੈ ਕੁਦਰਤ। ਕੁਦਰਤ ਕੀ ਹੈ? ਜੋ ਦਿਖਾਈ ਦਿੰਦਾ ਹੈ। ਮਨੁੱਖ ਜੀਵ ਵੀ ਕੁਦਰਤ ਦਾ ਹਿੱਸਾ ਨੇ, ਪਸ਼ੂ ਪੰਛੀ ਵੀ ਕੁਦਰਤ ਦਾ ਹਿੱਸਾ ਨੇ। ਤੇ ਸਾਹਿਬ ਕਹਿੰਦੇ ਨੇ ਕਿ ਕੁਦਰਤ ਦਾ ਭਾਵ ਹੈ ਕਿ ਕੁਦਰਤ ਦੇ ਵਿੱਚ ਪ੍ਰਮਾਤਮਾ ਨੇ ਆਪਣੇ ਆਪ ਨੂੰ ਲੁਕਾ ਲਿਆ। ਗੁਰੂ ਅਰਜਨ ਦੇਵ ਨੇ ਬਚਨ ਕੀਤਾ, ਕੁਦਰਤ ਕਰਕੇ ਵਸਿਆ ਸੋਈ। ਵਕਤ ਵਿਚਾਰੇ ਸੋ ਬੰਦਾ ਹੋਏ, ਕੁਦਰਤ ਹੈ ਕੀਮਤ ਨਹੀਂ ਪਾਏ, ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ। ਗੁਰੂ ਨਾਨਕ ਪਾਤਸ਼ਾਹ ਵੀ ਆਸਾ ਦੀ ਵਾਰ ਦੇ ਸਲੋਕ ਵਿੱਚ ਕਹਿੰਦੇ, ਕੁਦਰਤ ਦਿਸੈ ਕੁਦਰਤ ਸੁਣੀਐ, ਕੁਦਰਤ ਭਉ ਸੁਖ ਸਾਰ। ਕੁਦਰਤ ਪਾਤਾਲੀ ਆਕਾਸੀ, ਕੁਦਰਤ ਸਰਬ ਆਕਾਰ, ਕੁਦਰਤ ਵੇਦ ਪੁਰਾਣ ਕਤੇਬਾਂ, ਕੁਦਰਤ ਸਰਬ ਵਿਚਾਰ, ਕੁਦਰਤ ਖਾਣਾ ਪੈਣਾ ਪੀਣਾ ਪਹਿਨਣ, ਕੁਦਰਤ ਸਰਬ ਪਿਆਰ। ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਜੀ ਜਹਾਨ, ਕੁਦਰਤ ਨੇਕੀਆਂ ਕੁਦਰਤ ਬਤੀਆਂ, ਕੁਦਰਤ ਮਾਨ ਅਭਿਮਾਨ, ਕੁਦਰਤ ਪੌਣ ਪਾਣੀ ਬੈਸੰਤਰ, ਕੁਦਰਤ ਧਰਤੀ ਖਾਕ, ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ, ਪਾਕੀ ਨਾਏ ਪਾਕ। ਤੋ ਮਹਾਰਾਜ ਭਾਈ ਗੁਰਦਾਸ ਵੀ ਕਹਿੰਦੇ, ਕਾਦਰ ਕਿਨ ਨਾ ਲਖਿਆ, ਕੁਦਰਤ ਸਾਜ ਕੀਆ ਅਵਤਾਰਾ, ਇੱਕ ਦੂ ਕੁਦਰਤ ਲੱਖ ਕਰ, ਲੱਖ ਬੇਅੰਤ ਅਸੰਖ ਪਾਰਾ, ਰੋਮ ਰੋਮ ਵਿੱਚ ਰੱਖਿਅਨ ਕਰ ਬ੍ਰਹਮੰਡ ਕਰੋੜ ਸੁਮਾਰਾ। ਤਾਂ ਭਾਈ ਗੁਰਦਾਸ ਵੀ ਕਹਿੰਦੇ ਨੇ ਕਿ ਕਾਦਰ ਵਾਹਿਗੁਰੂ ਜੋ ਕਰਤਾ ਉਹ ਕਿਸੇ ਨੇ ਦੇਖਿਆ ਨਹੀਂ, ਪਰ ਕੁਦਰਤ ਨੂੰ ਸਾਜ ਕੇ ਉਹ ਕੁਦਰਤ ਦੇ ਵਿੱਚ ਹੀ ਟਿਕਿਆ ਹੋਇਆ। ਕਰ ਆਸਣ ਡਿਠੋ ਚਾਓ। ਭਾਈ ਨੰਦ ਲਾਲ ਵੀ ਕਹਿੰਦੇ ਨੇ, ਕਹਿੰਦੇ ਕਾਦਰ ਮੁਤਲਕ ਬਾ ਕੁਦਰਤ ਜਾ ਰਿਆਸਤ, ਦਰਮਿਆਨੇ ਕੁਦਰਤੇ ਖੁਦ ਕਾਦਰ ਅਸਤ। ਤਾਂ ਭਾਈ ਸਾਹਿਬ ਕਹਿੰਦੇ ਨੇ ਕਿ ਜਿਹੜੀ ਕੁਦਰਤ ਹੈ ਸਰਵ ਸ਼ਕਤੀਮਾਨ ਵਾਹਿਗੁਰੂ ਪਰਮਾਤਮਾ ਤੋਂ ਪ੍ਰਗਟ ਹੁੰਦੀ ਹੈ, ਉਹਦੀ ਰਚਨਾ ਹੈ, ਤੇ ਉਹ ਆਪਣੀ ਰਚਨਾ ਦੇ ਵਿੱਚ ਆਪ ਸਮਾਇਆ ਹੋਇਆ ਹੈ। ਤਾਂ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦਾ ਬਚਨ ਹੈ, ਦੂਈ ਕੁਦਰਤ ਸਾਜੀ ਹੈ। ਉਸ ਵਾਹਿਗੁਰੂ ਪਰਮਾਤਮਾ ਜੀ ਨੇ ਇਹ ਜੋ ਦਿਸਦਾ ਜਗਤ ਹੈ, ਉਸਨੇ, ਕੁਦਰਤ ਦਾ ਅਰਥ ਹੈ ਮਾਇਆ, ਕੁਦਰਤ ਦਾ ਅਰਥ ਹੈ ਪਰਮਾਤਮਾ ਦੀ ਸ਼ਕਤੀ। ਦੂਈ ਕੁਦਰਤ ਸਾਜੀ ਹੈ, ਕਰ ਆਸਣ ਡਿਠੋ ਚਾਓ। ਤੇ ਪਰਮਾਤਮਾ ਨੇ ਦੂਜੀ ਕੁਦਰਤ ਰਚੀ, ਇਹ ਜਗਤ ਰਚਿਆ, ਮਾਇਆ ਦੀ ਰਚਨਾ ਕੀਤੀ, ਤੇ ਉਸ ਵਿੱਚ ਆਪਣਾ ਆਸਣ ਜਮਾ ਕੇ, ਭਾਵ ਕਿ ਕੁਦਰਤ ਦੇ ਵਿੱਚ ਵਿਆਪਕ ਹੋ ਕੇ ਇਸ ਤਰ੍ਹਾਂ ਆਪ ਤਮਾਸ਼ਾ ਵੇਖ ਰਿਹਾ, ਆਪ ਜਗਤ ਦੀ ਇਸ ਖੇਡ ਨੂੰ ਇਸ ਕੁਦਰਤ ਵਿੱਚ ਬੈਠ ਕੇ ਦੇਖਦਾ ਤੇ ਖੁਸ਼ ਹੋ ਰਿਹਾ ਹੈ। ਦਾਤਾ ਕਰਤਾ ਆਪ ਤੂੰ, ਤੋ ਸੁਦੇਵ ਕਰੇ ਪਸਾਇਆ। ਹੇ ਪ੍ਰਭੂ, ਹੇ ਵਾਹਿਗੁਰੂ ਜੀ, ਤੂੰ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ, ਅਤੇ ਹੇ ਵਾਹਿਗੁਰੂ, ਤੂੰ ਆਪ ਹੀ ਇਹਨਾਂ ਦੇ ਜੀਵਾਂ ਨੂੰ ਪੈਦਾ ਕਰਨ ਵਾਲਾ, ਬਣਾਉਣ ਵਾਲਾ ਹੈ, ਤੇ ਆਪ ਹੀ ਜੀਵਾਂ ਨੂੰ ਪ੍ਰਸੰਨ ਹੋ ਕੇ ਤਰੁੱਠ ਕੇ ਬਖਸ਼ਿਸ਼ਾਂ ਕਰਦਾ ਹੈ। ਤੂੰ ਜਾਣੋਈ ਸਭ ਸਹਿ, ਦੇ ਲੈ ਸਹਿ ਜਿੰਦ ਕਵਾਇਆ। ਤੂੰ ਜਾਣੋਈ, ਤੂੰ ਜਾਣੋਈ, ਜਾਣੋਈ ਦਾ ਅਰਥ ਹੈ ਜਾਣਨ ਵਾਲਾ। ਤੂੰ ਸਭਨਾ ਜੀਆਂ ਦੇ ਮਨ ਵਿੱਚ ਕੀ ਇਹ ਜਾਣਦਾ ਹੈ, ਸਭ ਦੇ ਹਿਰਦੇ ਦੀਆਂ ਬੁੱਝਣ ਵਾਲਾ ਹੈ। ਜੀਵ ਹਿਰਦਾ ਅਤੇ ਸਰੀਰ ਦੇ ਤੂੰ ਆਪ ਹੀ ਦੇ ਦੇਣ ਵਾਲਾ, ਤੇ ਆਪ ਹੀ ਲੈ ਲੈਣ ਵਾਲਾ। ਇਸ ਵਾਸਤੇ ਇਹ ਵਾਹਿਗੁਰੂ ਦੇ ਲੈਸੇ ਜਿੰਦ ਕੁਆਓ। ਕੁਆਓ ਬੋਲ ਨੂੰ ਵੀ ਕਹਿੰਦੇ ਨੇ, ਕੀਤਾ ਪਸਾਓ ਏਕੋ ਕੁਆਓ। ਕੁਆਓ ਦਾ ਅਰਥ ਹੈ ਕੁਵਤ, ਕੁਵਤ ਅਰਬੀ ਦਾ ਸ਼ਬਦ ਹੈ, ਤੋ ਕੁਆਓ ਦਾ ਅਰਥ ਹੈ ਕਬੂਲ ਦੇ ਨਾਲ। ਇੱਥੇ ਕੁਆਓ ਦਾ ਅਰਥ ਹੈ ਪੁਸ਼ਾਕ, ਸਰੀਰ, ਜਿੰਦ, ਭਾਵ ਕਿ ਤੂੰ ਆਪ ਹੀ ਇਹ ਸਰੀਰ ਦੇਣ ਵਾਲਾ ਹੈ, ਤੇ ਆਪ ਹੀ ਇਹ ਸਰੀਰ ਦੀ ਪੁਸ਼ਾਕ ਨੂੰ ਲੈ ਲੈਂਦਾ ਹੈ। ਕਰ ਆਸਣ ਡਿਠੋ ਚਾਓ। ਪਰ ਹੇ ਪਰਮਾਤਮਾ,
ਤੂੰ ਹਰ ਜੀਵਾਂ ਦੇ ਅੰਦਰ, ਸਾਰੀ ਕੁਦਰਤ ਦੇ ਅੰਦਰ ਆਪਣਾ ਨਿਵਾਸ ਰੱਖਿਆ ਹੈ, ਆਪਣਾ ਟਿਕਾਣਾ ਰੱਖਿਆ ਹੈ। ਇਸ ਵਾਸਤੇ ਇਸ ਕੁਦਰਤ ਦੀ ਜਗਤ ਦੀ ਖੇਡ ਨੂੰ ਦੇਖ ਦੇਖ ਕੇ ਤੇ ਤੂੰ ਸਦਾ ਪ੍ਰਸੰਨ ਹੁੰਦਾ ਰਹਿੰਦਾ ਹੈ, ਖੁਸ਼ ਹੁੰਦਾ ਰਹਿੰਦਾ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨੇ ਕਿ ਹੇ ਅਕਾਲ ਪੁਰਖ ਜੀ, ਤੁਸਾਂ ਆਪ ਹੀ ਆਪਣੇ ਆਪ ਨੂੰ ਸਾਜਿਆ ਬਣਾਇਆ ਤੇ ਆਪਣੇ ਨਾਮ ਨਾਲ ਰਚਿਆ। ਤੁਸੀਂ ਆਪ ਹੀ ਆਪਣੇ ਤੋਂ ਬਾਅਦ ਦੂਜੀ ਕੁਦਰਤ ਦੀ ਰਚਨਾ ਕੀਤੀ। ਕੁਦਰਤ ਵਿੱਚ ਆਸਣ ਡਾਹ ਕੇ ਬਿਰਾਜਮਾਨ ਹੋ ਕੇ ਇਸ ਖੇਲ ਨੂੰ ਦੇਖਿਆ। ਅਤੇ ਇਹ ਵਾਹਿਗੁਰੂ, ਤੂੰ ਹੀ ਦਾਤਾਂ ਦੇਣ ਵਾਲਾ, ਪੈਦਾ ਕਰਨ ਵਾਲਾ, ਤੂੰ ਆਪ ਹੀ ਜੀਵਾਂ ਨੂੰ ਉੱਠ ਕੇ ਬਖਸ਼ਿਸ਼ਾਂ ਕਰਨ ਵਾਲਾ ਤੇ ਸਾਰਿਆਂ ਦੇ ਦਿਲ ਦੀ ਜਾਣਨ ਵਾਲਾ, ਹੁਕਮ ਦੇ ਕੇ ਜਿੰਦ ਸਰੀਰ ਲੈ ਲੈਂਦਾ ਹੈ। ਇਸੇ ਤਰ੍ਹਾਂ ਹੀ ਤੂੰ ਆਸਣ ਕਰਕੇ ਅਡੋਲ ਸਿੰਘਾਸਣ 'ਤੇ ਬੈਠ ਕੇ ਆਪਣਾ ਸਾਜਿਆ ਹੋਇਆ ਇਹ ਸੰਸਾਰ ਦੇ ਖੇਲ ਨੂੰ ਆਪ ਵੇਖ ਰਿਹਾ ਹੈ ਤੇ ਹੁਣ ਵੀ ਵੇਖ ਰਿਹਾ ਹੈ। ਤੇਰੀ ਇਹ ਲੀਲਾ ਹੈ, ਤੇਰੀ ਇਹ ਰਹਿਮਤ ਹੈ, ਤੇਰੀ ਇਹ ਬਖਸ਼ਿਸ਼ ਹੈ। ਇਹ ਬਖਸ਼ਿਸ਼ ਸਾਰੀ ਕੁਦਰਤ ਦੇ ਉੱਤੇ ਇੰਜ ਵਰਖ ਰਹੀ ਹੈ, ਭਾਵ ਕਿ ਆਪਣੇ ਆਪ ਤੋਂ ਇਲਾਵਾ ਉਸਨੇ ਕੁਦਰਤ ਰਚੀ ਅਤੇ ਕੁਦਰਤ ਵਿੱਚ ਬੈਠ ਕੇ ਉਹ ਸਭ ਕੁਛ ਵੇਖ ਰਿਹਾ ਹੈ। ਸੋ ਭਾਈ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਇਹ ਖਾਸ ਜ਼ਿਕਰ ਕੀਤਾ ਹੈ ਕਿ ਉਹ ਵਾਹਿਗੁਰੂ ਨਿਰਲੇਪ ਹੈ ਅਤੇ ਅਲੇਪ ਵੀ ਹੈ, ਭਾਵ ਕਿ ਉਹ ਸਰਗੁਣ ਰੂਪੀ ਹੈ ਅਤੇ ਨਿਰਗੁਣ ਰੂਪੀ ਹੈ। ਹਰਖ ਅਤੇ ਸੋਗ ਦੋਹਾਂ ਤੋਂ ਨਿਆਰਾ ਹੈ। ਉਹ ਨਿਰਲੇਪ ਹੋ ਕੇ ਆਪਣੀ ਸਾਜੀ ਹੋਈ ਕੁਦਰਤ ਦਾ ਤਮਾਸ਼ਾ ਵੇਖ ਰਿਹਾ ਹੈ। ਉਹ ਵਾਹਿਗੁਰੂ ਆਪਣੇ ਆਪ ਨੂੰ ਅਤੇ ਆਪਣੇ ਬਣਾਏ ਹੋਏ ਸੰਸਾਰ ਨੂੰ ਆਸਣ ਉੱਤੇ ਬੈਠ ਕੇ ਵੇਖਦਾ ਹੈ। ਇਸ ਵਾਸਤੇ ਸਤਿਗੁਰੂ ਜੀ ਨੇ ਪਹਿਲੀ ਪੌੜੀ ਦੇ ਵਿੱਚ ਇਹ ਬਖਸ਼ਿਸ਼ ਕੀਤੀ ਹੈ ਕਿ ਕਰ ਆਸਣ ਡਿੱਠੋ ਚਾਓ, ਭਾਵ ਕਿ ਆਸਣ ਡਾਹ ਕੇ ਸਮੂਚਲੇ ਜੀਵਾਂ ਦੇ ਅੰਦਰ ਕੁਦਰਤ ਦੇ ਵਿੱਚ ਅਤੇ ਇਸ ਜਗਤ ਜੀਵਨ ਦੀ ਖੇਡ ਨੂੰ ਦੇਖ ਕੇ ਬੜਾ ਪ੍ਰਸੰਨ ਹੋ ਰਿਹਾ, ਖੁਸ਼ ਹੋ ਰਿਹਾ। ਸੋ ਸਤਿਗੁਰੂ ਜੀ ਰਹਿਮਤ ਕਰਨ, ਭੁੱਲਾਂ ਚੁੱਕਾਂ ਦੀ ਖਿਮਾ। ਸਾਰੇ ਗੁਰਮੁਖ ਜਨਾਂ ਦਾ ਬਹੁਤ ਬਹੁਤ ਧੰਨਵਾਦ। ਦਾਸ ਦੇ ਕੋਲੋਂ ਅਨੇਕਾਂ ਭੁੱਲਾਂ ਹੋ ਗਈਆਂ ਹੋਣਗੀਆਂ, ਵਿਦਵਾਨ ਸੱਜਣ ਸੂਝਵਾਨ ਹਨ, ਮੇਰੀਆਂ ਭੁੱਲਾਂ ਨਾ ਚਿਤਾਰਨੀਆਂ। ਜੇ ਕੋਈ ਸ਼ਬਦ ਚੰਗਾ ਕਹਿ ਗਿਆ ਵਾਂ ਤੇ ਪ੍ਰਵਾਨ ਕਰ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।